ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ ਤੇ ਬੁਲੇਟਿਨ ਵਿੱਚ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੀ ਹੈ। ਖਬਰ ਜੁੜੀ ਹੋਈ ਹੈ ਸੀਬੀਆਈ ਦੀ ਉਸ ਪਟੀਸ਼ਨ ਦੇ ਨਾਲ ਜੋ ਕਿ ਦਾਖਲ ਕੀਤੀ ਗਈ ਹੈ ਮੋਹਾਲੀ ਕੋਰਟ ਦੇ ਵਿੱਚ, ਜਿਸ ਤੇ ਹੁਣ ਸੁਣਵਾਈ ਵੀ ਸ਼ੁਰੂ ਹੋ ਚੁੱਕੀ ਹੈ। ਗੱਲ ਕਰ ਰਹੇ ਹਾਂ ਬੇਅਦਬੀ ਦੇ ਗੋਲੀकांड ਮਾਮਲੇ ਦੀ, ਜਿਸ ਦੀ ਜਾਂਚ एसआईटी ਵੱਲੋਂ ਕੀਤੀ ਜਾ ਰਹੀ ਸੀ ਔਰ ਉਸ ਦੇ ਵਿੱਚ ਹੀ ਹੁਣ ਇੱਕ ਨਵਾਂ ਮੋੜ ਆਇਆ, ਜਿਸ ਦੇ ਵਿੱਚ ਬੀਤੇ ਦਿਨ ਸੀਬੀਆਈ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਮੋਹਾਲੀ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀਗੀ ਔਰ ਉਸ ਤੇ ਹੁਣ ਸੁਣਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। सीबीआई ने एसआईटी की जांच रोकने के लिए ये पिटीशन जी लगाई सी और सीबीआई का दावा है कि हुण तक बंद नहीं किया है केस और पंजाब सरकार ने सीबीआई तो वापस लिया सी केस और सरकार ने सीबीआई तो लेके एसआईटी नूं सौंपी इसकी जांच। हाल ही दे विच एसआईटी ने डेरा मुखी का नाम भी एफआईआर दे विच जोड़िया है ते एक नवां मोड़ जरूर आया क्योंकि जांच जिहड़ी है कदम बर कदम ਅੱਗੇ ਵਧ ਰਹੀ ਸੀ और सीबीआई ਵੱਲੋਂ ਹੁਣ ਜਿਹੜੀ ਆ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਤੋਂ ਬਾਅਦ ਹੋ ਸਕਦਾ ਹੈ ਕਿ ਜਾਂਚ ਦੇ ਵਿੱਚ ਇੱਕ ਨਵਾਂ ਮੋੜ ਆਵੇ, ਜਾਂਚ ਰੁਕ ਵੀ ਸਕਦੀ ਹੈ ਔਰ ਅੱਗੇ ਵੀ ਵਧ ਸਕਦੀ ਹੈ। ਫਿਲਹਾਲ ਸਾਡੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਜੁੜ ਚੁੱਕੇ ਨੇ। ਮਨੋਜ, ਕੀ ਕੁਝ ਅਪਡੇਟ ਹੈ? ਹੁਣ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਨਵਜੋਤ, ਹੁਣ ਜਿਹੜੀ ਮੋਹਾਲੀ ਕੋਰਟ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਸੀਬੀਆਈ ਜੀ ਉਹਨਾਂ ਦੀ ਕੋਰਟ 'ਚ ਹੁਣ ਸੁਣਵਾਈ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਬਹਿਸ ਜਿਹੜੀ ਹੈ ਉਹ ਚੱਲ ਰਹੀ, ਹਾਲਾਂਕਿ ਮੀਡੀਆ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ ਤੇ ਅੰਦਰ ਜਿਹੜੇ ਐਕਿਊਜ਼ ਦੇ ਵਕੀਲ ਨੇ, ਜਿਹੜੇ ਸਰਕਾਰੀ ਵਕੀਲ ਨੇ, ਉਹ ਸਾਰੇ ਇੱਥੇ ਪਹੁੰਚੇ ਨੇ ਤੇ ਹੁਣ ਜਿਹੜੀ ਸੀਬੀਆਈ ਵੱਲੋਂ ਅਰਜ਼ੀ ਦਿੱਤੀ ਗਈ ਸੀ, ਐਪਲੀਕੇਸ਼ਨ ਦਿੱਤੀ ਗਈ ਸੀ ਕਿ ਬਈ ਜਦ ਸਾਡੀ ਜਿਹੜੀ ਜਾਂਚ ਹੈ, ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਤਾਂ ਐਸਆਈਟੀ ਦਾ ਜਾਂਚ ਕਰਨ ਦਾ ਮਤਲਬ ਕੀ ਬਣਦਾ ਹੈ। ਹਾਲਾਂਕਿ ਐਸਆਈਟੀ ਦੀ ਜਾਂਚ ਵਿੱਚ ਕਈ ਵੱਡੇ ਖੁਲਾਸੇ ਜਿਹੜੇ ਹੈ, ਰਾਮ ਰਹੀਮ ਦਾ ਨਾਂ ਸਾਹਮਣੇ ਆਇਆ, ਹੋਰ ਵੀ ਮਾਮਲੇ ਜਿਹੜੇ ਆ ਸਾਹਮਣੇ ਆਏ ਤਾਂ ਇਹਨੂੰ ਲੈ ਕੇ ਹੁਣ ਇੱਕ ਅਹਿਮ ਸੁਣਵਾਈ ਜਿਹੜੀ ਹੈ ਉਹ ਚੱਲ ਰਹੀ। ਕਰੀਬ आधा घंटा हो चलिया ਤੇ ਲਗਾਤਾਰ जीएस ਸੇਖੋ ਜਿਹੜੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸੀਬੀਆਈ ਦੇ, ਉਹਨਾਂ ਦੀ ਕੋਰਟ 'ਚ ਹੁਣ ਇਹ ਸਾਰੀ ਸੁਣਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਥੋੜੀ ਦੇਰ ਤੱਕ ਜਿਹੜਾ ਹੈ ਇਹਦੇ ਵਿੱਚ ਕੀ ਹੋ ਸਕਦਾ ਹੈ, ਅਰਜ਼ੀ ਜਿਹੜੀ ਹੈ ਉਹਨਾਂ ਦੀ ਐਕਸੈਪਟ ਕੀਤੀ ਜਾਊਗੀ ਨਹੀਂ ਕੀਤੀ ਜਾਊਗੀ, ਹੁਣ ਇਹ ਸਾਰਾ ਹੁਣ ਦੇਖਣ ਵਾਲੀ ਗੱਲ ਹੈ ਕਿ ਹੁਣ ਕੀ ਨਿਕਲ ਕੇ ਜਿਹੜਾ ਹੈਗਾ ਰਿਜ਼ਲਟ ਕੀ ਆਉਂਦਾ ਹੈ। ਤੇ ਮਨੋਜ, ਕੀ ਲੱਗਦਾ ਸਰਕਾਰ ਵੱਲੋਂ ਕੀ ਕੁਝ ਤਰਕ ਰੱਖੇ ਜਾ ਸਕਦੇ ਨੇ ਕਿਉਂਕਿ ਸੀਬੀਆਈ ਇੱਕ ਤਰ੍ਹਾਂ ਇੱਕ ਅੜਿੱਕਾ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਜਾਂਚ ਵਿੱਚ? ਦੇਖੋ ਨਵਜੋਤ, ਇਹਦੇ ਵਿੱਚ ਹੁਣ ਕਈ ਗੱਲਾਂ ਨੇ ਕਿਉਂਕਿ ਸੀਬੀਆਈ ਨੇ ਕਈ ਬੰਦਿਆਂ ਨੂੰ ਇਹਦੇ ਵਿੱਚ ਕਲੀਨ ਚਿੱਟ ਦਿੱਤੀ ਸੀ, ਲੇਕਿਨ ਹੁਣ ਜਿਹੜੀ ਐਸਆਈਟੀ ਬਣਾਈ ਗਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ, ਉਹਨਾਂ ਨੇ ਕਈ ਮਾਮਲੇ ਦੇ ਦਰਜ ਕਰਕੇ ਰਾਮ ਰਹੀਮ ਸਭ ਤੋਂ ਵੱਡੀ ਗੱਲ ਹੈ। ਆਪਾਂ ਗੱਲ ਕਰੀਏ ਰਾਮ ਰਹੀਮ ਦਾ, ਇਹਦੇ ਵੀ ਸਭ ਤੋਂ ਜਿਹੜਾ ਹੈਗਾ ਨਾਂ ਉਹ ਸਾਹਮਣੇ ਆ ਰਿਹਾ ਹੈ ਤੇ ਹੋਰ ਵੀ ਕਈ ਉਹਨਾਂ ਦੇ ਜਿਹੜੇ ਸਹਿਯੋਗੀ ਸੀ ਉਹਨਾਂ ਦੇ ਵੀ ਨਾਂ ਜਿਹੜਾ ਸਾਹਮਣੇ ਆਇਆ, ਜਿਨ੍ਹਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਹਨਾਂ ਦਾ ਨਾਂ ਲਿੱਤਾ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ। ਹਾਲਾਂਕਿ ਸੀਬੀਆਈ ਹੁਣ ਇੱਕ ਕੁਐਸਚਨ ਮਾਰਕ ਜ਼ਰੂਰ ਹੈ ਕਿ ਆਖਿਰ ਕਿੰਨੇ ਦਿਨਾਂ ਤੋਂ ਸੀਬੀਆਈ ਕੀ ਕਰ ਰਹੀ ਸੀ, ਯਾਨੀ ਕਿ ਉਹਨਾਂ ਨੂੰ ਕਲੀਨ ਚਿੱਟ ਕਿਉਂ ਦਿੱਤੀ ਗਈ, ਇਹ ਵੱਡੇ ਕੁਐਸਚਨ ਨੇ। ਹੁਣ ਦੇਖਣਾ ਹੋਵੇਗਾ ਕਿ ਆਖਿਰ ਹੁਣ ਇਹ ਕਿਸ ਤਰ੍ਹਾਂ ਦਾ ਪੱਖ ਰੱਖਿਆ ਜਾਵੇ। ਸੀਬੀਆਈ ਦੀ ਗੱਲ ਜਿਹੜੀ ਹੈਗੀ ਉਹ ਸੀਬੀਆਈ ਕੀ ਗੱਲ ਲੱਗਦੀ ਹੈ ਕਿਉਂਕਿ ਸੀਬੀਆਈ ਸਾਫ਼ ਤੌਰ ਤੇ ਕਹਿੰਦੀ ਨਜ਼ਰ ਆ ਰਹੀ ਹੈ ਕਿ ਬਈ ਅਸੀਂ ਇਸ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਪੂਰੀ ਜਿਹੜੀ ਇਹ ਥਿਊਰੀ ਹੈ ਕਿਉਂਕਿ ਇਹਦੇ ਵਿੱਚ ਕਈ ਕੰਟਰੋਵਰਸੀ 2015 ਤੋਂ ਲੈ ਕੇ ਜੇ ਆਪਾਂ ਗੱਲ ਕਰੀਏ 2020 ਇਹਦੇ ਵਿੱਚ 5 ਸਾਲ 'ਚ ਕਈ ਚੀਜ਼ਾਂ ਸਾਹਮਣੇ ਆਈ, ਕਈ ਮੋੜ ਸਾਹਮਣੇ ਆਏ, ਕਈ ਕੰਟਰੋਵਰਸੀ ਸਾਹਮਣੇ ਆਈ, ਕਈ ਲੋਕਾਂ ਦਾ ਨਾਂ ਆਇਆ, ਲੇਕਿਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਵੀ ਸੀਬੀਆਈ ਨੇ 5 ਸਾਲਾਂ 'ਚ ਕੀਤਾ ਕੀ। ਇਹ ਵੱਡਾ ਕੁਐਸਚਨ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਹੁਣ ਕੋਰਟ ਵੱਲੋਂ ਕਿਸ ਤਰ੍ਹਾਂ ਦੀ ਹਿਦਾਇਤਾਂ ਜਿਹੜੀਆਂ ਉਹ ਦਿੱਤੀ ਜਾਣਗੀ। ਜੀ ਸ਼ੁਕਰੀਆ ਮਨੋਜ ਤੁਹਾਡਾ, ਤੁਸੀਂ ਬਣੇ ਰਹੋ ਇਸ ਖਬਰ ਤੇ ਅਸੀਂ ਨਿਊਜ਼ 18 ਵੀ ਤੁਹਾਡੇ ਤੱਕ ਇਸ ਤੇ ਪੂਰੀ ਅਪਡੇਟ ਪਹੁੰਚਾ ਰਿਹਾ ਹੈ। ਤੇ ਸੀਬੀਆਈ ਵੱਲੋਂ ਜਿਹੜੀ ਇਹ ਪਟੀਸ਼ਨ ਮੋਹਾਲੀ ਕੋਰਟ ਦੇ ਵਿੱਚ ਲਗਾਈ ਗਈ ਹੈ, ਇਸ ਤੋਂ ਬਾਅਦ ਕੀ ਕੁਝ ਬਦਲਾਅ ਜਿਹੜੇ ਨੇ ਉਹ ਆ ਸਕਦੇ ਨੇ ਔਰ ਸੁਣਵਾਈ ਦੇ ਵਿੱਚ ਕੀ ਕੁਝ ਫੈਸਲਾ ਨਿਕਲ ਕੇ ਆਉਂਦਾ ਹੈ ਔਰ ਅੱਗੇ ਜੋ ਵੀ ਡਿਸੀਜਨ ਜਿਹੜਾ ਲਿਆ ਜਾਂਦਾ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਤੇ 5 ਸਾਲ ਜ਼ਰੂਰ ਹੋ ਚੁੱਕੇ ਨੇ ਬੇਅਦਬੀ ਦੀ ਘਟਨਾ ਹੋਏ ਔਰ ਉਸ ਤੋਂ ਬਾਅਦ ਕਈ ਜਾਂਚ ਕਮੇਟੀਆਂ ਵੀ ਬੈਠੀਆਂ, ਪਰ ਫਿਲਹਾਲ ਜਦੋਂ ਐਸਆਈਟੀ ਵੱਲੋਂ ਡੇਰਾ ਮੁਖੀ ਦਾ ਨਾਮ ਵਿੱਚ ਲਿਆਉਂਦਾ ਗਿਆ ਔਰ ਉਸ ਤੋਂ ਬਾਅਦ ਸੀਬੀਆਈ ਦੀ ਇੰਟਰਫੇਰੈਂਸ ਹੁਣ ਕੀ ਕੁਝ ਨਤੀਜਾ ਲੈ ਕੇ ਆਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਤੁਹਾਨੂੰ ਕੁਝ ਹੋਰ ਖਬਰਾਂ ਦਿਖਾ ਦਿੰਨੇ ਆ ਫਟਾਫਟ ਅੰਦਾਜ਼ ਵਿੱਚ। यूपी ਦੇ ਵਿੱਚ 8 ਪੁਲਿਸ ਕਰਮੀਆਂ ਦਾ ਕਤਲ ਕਰਕੇ ਫਰਾਰ ਹੋਇਆ ਗੈਂਗਸਟਰ ਵਿਕਾਸ ਦੁਬੇ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ। ਦੁਬੇ ਵੱਲੋਂ ਕਾਨਪੁਰ ਪੁਲਿਸ ਦੀ ਗਿਰਫਤ ਤੋਂ ਭੱਜਣ ਦੀ ਕੋਸ਼ਿਸ਼ ਕਰਨਾ ਦੱਸਿਆ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਦੇ ਨਾਮ ਤੇ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਾਅਦ ਹੀ ਮੋਹਰ ਲੱਗੇਗੀ। उधर भारत 24 घंटे कोरोना के मामलों के रिकॉर्ड तोड़ वाधा हुंदा
ਜਾ ਰਿਹਾ ਹੈ ਔਰ ਦੇਸ਼ ਦੇ ਵਿੱਚ ਪਹਿਲੀ ਵਾਰ ਇੱਕ ਦਿਨ ਦੇ ਵਿੱਚ 26,500 ਨਵੇਂ ਮਾਮਲੇ ਸਾਹਮਣੇ ਆਏ ਨੇ। ਕੁੱਲ ਅੰਕੜਾ 8 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੈ। ਇੱਕ ਪਾਸੇ ਗੁਰੂਗ੍ਰਾਮ ਪ੍ਰਸ਼ਾਸਨ ਕੋਰੋਨਾ ਨੂੰ ਲੈ ਕੇ ਸਥਿਤੀ ਕੰਟਰੋਲ ਦੀ ਗੱਲ ਕਹਿ ਰਿਹਾ ਹੈ ਤਾਂ ਦੂਜੇ ਪਾਸੇ ਟ੍ਰਾਈ ਸਿਟੀ ਦੇ 8 ਵਾਰਡਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਵਾਰਡਾਂ ਦੇ ਵਾਸੀਆਂ ਨੂੰ ਰੋਜ਼ੀ ਰੋਟੀ ਦੇ ਵੀ ਲਾਲੇ ਪੈ ਚੁੱਕੇ ਨੇ। ਉਧਰ ਕੋਰੋਨਾ ਦੀ ਫਰਜ਼ੀ ਨੈਗੇਟਿਵ ਰਿਪੋਰਟ ਨੂੰ ਲੈ ਕੇ ਕਾਂਗੜਾ ਪਹੁੰਚੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਤਿੰਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਇਹਨਾਂ ਦੇ ਵਿੱਚ ਪਤੀ ਪਤਨੀ ਵੀ ਹਨ, ਜਦਕਿ ਇੱਕ ਸ਼ਖਸ ਵਿਦੇਸ਼ੀ ਹੈ। ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਡੇਰਾ ਪ੍ਰੇਮੀਆਂ ਨੇ ਐਸਆਈਟੀ ਦੇ ਚਲਾਨ ਨੂੰ ਫਰੀਦਕੋਟ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਹੈ। ਪ੍ਰੇਮੀਆਂ ਨੇ ਚਲਾਨ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ 20 ਜੁਲਾਈ ਤੱਕ ਜਵਾਬ ਮੰਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ ਤੇ ਹਰ ਨਵਾਂ ਅਕਾਲੀ ਦਲ ਆਪਣੇ ਆਪ ਨੂੰ ਅਸਲੀ ਅਕਾਲੀ ਦੱਸ ਰਿਹਾ ਹੈ। ਉਹਨਾਂ ਨਵਜੋਤ ਸਿੱਧੂ ਬਾਰੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਿੱਧੂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ। ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਮੁੜ ਤੋਂ ਸਵਾਲਾਂ ਦੇ ਵਿੱਚ ਘਿਰ ਗਈ ਹੈ। ਤਲਾਸ਼ੀ ਅਭਿਆਨ ਦੌਰਾਨ ਕੈਦੀਆਂ ਤੋਂ 12 ਮੋਬਾਈਲ ਤੇ ਇੰਟਰਨੈਟ ਡੋਂਗਲ ਵੀ ਬਰਾਮਦ ਕੀਤੇ ਗਏ ਨੇ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਵਾੜੀ ਦੀ ਬਿਟਵਾਨਾ ਸਬਜ਼ੀ ਮੰਡੀ ਦੇ ਇੱਕ ਵਪਾਰੀ ਨੂੰ 3 ਬਦਮਾਸ਼ ਗੋਲੀਆਂ ਮਾਰ ਕੇ ਫਰਾਰ ਹੋ ਗਏ। ਬਦਮਾਸ਼ ਇੱਕ ਬਾਈਕ ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਪਟਿਆਲਾ ਦੇ ਵਿੱਚ ਵਿਆਹ ਦੌਰਾਨ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਨ ਤੇ ਪਹਿਲੀ ਪਤਨੀ ਨੇ ਹੰਗਾਮਾ ਕਰ ਦਿੱਤਾ ਤੇ ਪੁਲਿਸ ਲਾੜੇ ਨੂੰ ਗ੍ਰਿਫਤਾਰ ਕਰਕੇ ਲੈ ਗਈ। ਫਤਿਹਾਬਾਦ ਦੇ ਰਤੀਆ ਦੇ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਦੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਪਹਿਲਾਂ ਹੀ ਗ੍ਰਿਫਤਾਰ ਹੈ, ਜਦਕਿ 4 ਫਰਾਰ ਨੇ। ਉਧਰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਸ਼ਖਸ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤੀ ਹੈ। ਟੀਬੀ ਦੇ ਨਾਲ ਪੀੜਤ ਕੈਦੀ ਦੀ ਲੰਗੀ 29 ਜੂਨ ਨੂੰ ਮੌਤ ਹੋ ਗਈ ਸੀ। ਮ੍ਰਿਤਕ ਨੂੰ 2017 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੀਤੀ ਰਾਤ ਜਲੰਧਰ ਦੇ ਗ੍ਰੀਨ ਐਵੇਨਿਊ ਇਲਾਕੇ ਦੇ ਵਿੱਚ ਇੱਕ ਅਣਪਛਾਤੇ ਸ਼ਖਸ ਨੇ 12-13 ਸਾਲਾ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸ਼ਖਸ ਨੇ ਬੱਚੀ ਦਾ ਰੌਲਾ ਸੁਣ ਕੇ ਉਸ ਨੂੰ ਬਚਾਇਆ। ਉਧਰ ਝੱਜਰ ਦੇ ਪਿੰਡ ਕਸਾਰ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ 5 ਬਦਮਾਸ਼ ਪੁੱਟਣ ਵਿੱਚ ਫਰਾਰ ਹੋ ਗਏ। ਬਦਮਾਸ਼ਾਂ ਵੱਲੋਂ ਵਾਰਦਾਤ ਦੇ ਵਿੱਚ ਵਰਤੀ ਗਈ ਪਿਕਅਪ ਗੱਡੀ ਤੇ ਰੱਸੀ ਪੁਲਿਸ ਨੇ ਰੋਹਦ ਪਿੰਡ ਤੋਂ ਬਰਾਮਦ ਕਰ ਲਈ। ਰੋਹਤਕ ਦੇ ਵਿੱਚ ਬਜ਼ੁਰਗ ਮਹਿਲਾ ਦਾ ਪਰਸ ਖੋ ਕੇ ਭੱਜ ਰਹੀ ਕੁੜੀ ਦੀ ਔਰਤਾਂ ਨੇ ਸ਼ਰੇ ਬਾਜ਼ਾਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਇਸ ਕੁੜੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਰੋਜ਼ਪੁਰ ਦੇ ਵਿੱਚ ਰੂਰਲ ਫਾਰਮੇਸੀ ਮੁਲਾਜ਼ਮਾਂ ਨੇ ਅਰਥੀ ਸਾੜ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਸਰਕਾਰ ਤੇ ਧੱਕਾ ਕਰਨ ਦੀ ਥਾਂ ਲਾਰੇ ਲਾਉਣ ਦਾ ਇਲਜ਼ਾਮ ਲਗਾਇਆ। ਪਲਵਲ ਦੇ ਵਿੱਚ ਪੁਲਿਸ ਨੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀ ਦਵਾਈਆਂ ਬਰਾਮਦ ਕੀਤੀਆਂ। ਦੁਕਾਨ ਮਾਲਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਉਧਰ ਜ਼ਿਲ੍ਹਾ ਕਾਂਗੜਾ ਦੇ ਵਿੱਚ ਮਾਈਨਿੰਗ ਵਿਭਾਗ ਨੇ ਨਾਜਾਇਜ਼ ਮਾਈਨਿੰਗ ਦੇ 2135 ਮਾਮਲਿਆਂ ਦੇ ਵਿੱਚ 1 ਕਰੋੜ 21 ਲੱਖ ਰੁਪਏ ਜੁਰਮਾਨਾ ਕੀਤਾ। ਇਹ ਅੰਕੜਾ ਅਪ੍ਰੈਲ 2019 ਤੋਂ ਲੈ ਕੇ ਮਾਰਚ 2020 ਤੱਕ ਦਾ ਹੈ। ਕੋਰੋਨਾ ਲਗਾਤਾਰ ਬੇਕਾਬੂ ਹੁੰਦਾ ਜਾ ਰਿਹਾ, ਪਰ ਲੋਕ ਬੇਖੌਫ ਨੇ। ਚਰਖੀ ਦਾਦਰੀ ਦੇ ਵਿੱਚ ਬਿਨਾਂ ਮਾਸਕ ਘੁੰਮਣ ਵਾਲਿਆਂ ਤੇ ਪੁਲਿਸ ਨੇ ਸਖਤੀ ਕੀਤੀ ਹੈ ਤੇ ਚਲਾਨ ਵੀ ਕੱਟੇ ਨੇ। ਬਨੂੜ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਵਾਹਨਾਂ ਦਾ ਚਲਾਨ ਕੀਤਾ। ਪੁਲਿਸ ਨੇ ਲੋਕਾਂ ਨੂੰ ਕੋਬਾ ਐਪ ਬਾਰੇ ਵੀ ਜਾਣਕਾਰੀ ਦਿੱਤੀ, ਮਾਸਕ ਪਾਉਣ ਦੇ ਲਈ ਵੀ ਕਿਹਾ। ਪੰਚਕੂਲਾ ਦੇ ਵਿੱਚ ਮੋਰਨੀ ਸੜਕ ਤੇ ਇੱਕ ਪੀਸੀਆਰ ਪਾਣੀ ਦੇ ਵਿੱਚ ਭਰੇ ਖੱਡੇ ਦੇ ਵਿੱਚ ਫਸ ਗਈ। ਦੂਜੀ ਪੀਸੀਆਰ ਨੇ ਰੱਸੀਆਂ ਪਾ ਕੇ ਇਸ ਨੂੰ ਪਾਣੀ ਚੋਂ ਬਾਹਰ ਕੱਢਿਆ। ਉਧਰ ਸਿਰਸਾ ਪਹੁੰਚੇ ਨੈਲੂ ਵਿਧਾਇਕ ਕਾਬਿਲ ਚੌਟਾਲਾ ਨੇ ਜੇਜੇਪੀ ਨੇਤਾਵਾਂ ਤੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਜੇਜੇਪੀ ਨੇ ਸੱਤਾ ਸੰਭਾਲਣ ਦੇ ਲਈ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਨੂੰ ਗਿਰਵੀ ਰੱਖਿਆ ਹੈ। ਕੋਰੋਨਾ ਕਾਰਨ ਫਰੀਦਕੋਟ ਦੇ ਵਿੱਚ ਬੰਦ ਪਏ ਜਿਮ ਮਾਲਕਾਂ ਦੀ ਹਾਲਤ ਪਤਲੀ ਹੋ ਗਈ ਹੈ। ਮਾਲਕਾਂ ਨੇ ਸਰਕਾਰ ਤੋਂ ਜਿਮ ਖੋਲਣ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਖਰਚਾ ਚੱਲਦਾ ਰਹੇ। ਭਵਾਨੀਗੜ੍ਹ ਦੇ ਵਿੱਚ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਲੋਕ ਤਾਂ ਹਾਦਸੇ ਦਾ ਸ਼ਿਕਾਰ ਵੀ ਹੋ ਰਹੇ ਨੇ।
ਉਧਰ ਹਿਸਾਰ ਦੇ ਪਿੰਡ ਉਕਲਾਣਾ ਦੇ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕਾਂ ਨੇ ਧਰਨਾ ਦਿੱਤਾ ਹੈ। ਲੋਕਾਂ ਮੁਤਾਬਕ ਜੇ ਸੁਣਵਾਈ ਨਹੀਂ ਕੀਤੀ ਗਈ ਤਾਂ ਧਰਨਾ ਅਣਮਿੱਥੇ ਸਮੇਂ ਦੇ ਲਈ ਜਾਰੀ ਰਹੇਗਾ। ਚੰਬਾ ਵਿੱਚ ਸਰਕਾਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਦਮ ਤੋੜਦੇ ਨਜ਼ਰ ਆ ਰਹੇ ਨੇ। ਬਾੜ ਪਿੰਡ ਦੇ ਵਿੱਚ ਪਾਣੀ ਲਈ ਕੋਈ ਪਾਈਪਲਾਈਨ ਨਹੀਂ ਦਿੱਤੀ ਜਾ ਰਹੀ ਔਰ ਲੋਕ ਆਪਣੇ ਖਰਚੇ ਤੇ ਪਲਾਸਟਿਕ ਦੀ ਪਾਈਪ ਲਾਈਨ ਵਿਛਾ ਰਹੇ ਨੇ। ਟੋਹਾਣਾ ਦੀ ਪੁਰਾਣੀ ਕੋਟ ਰੋਡ ਮਾਰਕੀਟ ਦੇ ਵਿੱਚ ਸੱਪ ਆਉਣ ਦੇ ਨਾਲ ਦਹਿਸ਼ਤ ਫੈਲ ਗਈ। ਜੰਗਲਾਤ ਵਿਭਾਗ ਦੀ ਟੀਮ ਨੇ ਸੱਪ ਨੂੰ ਕਾਬੂ ਕਰਕੇ ਸੁਰੱਖਿਅਤ ਥਾਂ ਤੇ ਛੱਡ ਦਿੱਤਾ। ਉਧਰ ਸੋਲਨ ਦੇ ਕੁਮਾਰ ਹੱਟੀ ਦੇ ਨੇੜੇ ਬਣ ਰਹੀ 4 ਲੇਨ ਦੀ ਕਟਿੰਗ ਦੌਰਾਨ ਇੱਕ ਮਕਾਨ ਹੇਠਾਂ ਜ਼ਮੀਨ ਖਿਸਕ ਗਈ। ਹੁਣ ਕਿਸਾਨ ਦੇ 3 ਮੰਜ਼ਲਾ ਮਕਾਨ ਤੇ ਡਿੱਗਣ ਦਾ ਡਰ ਬਣਿਆ ਹੋਇਆ ਹੈ। ਹਿਮਾਚਲ ਦੇ ਰੇਣੂਕਾ ਵਿਧਾਨ ਸਭਾ ਹਲਕੇ ਦੇ ਵਿੱਚ ਸਿਓ ਨਦੀ ਦੇ ਬਣਿਆ ਝੂਲਾ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਝੂਲੇ ਦੀ ਹਾਲਤ ਖਸਤਾ ਹੋ ਰਹੀ ਹੈ ਅਤੇ ਇਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਨਾਹਨ ਦੇ ਵਿੱਚ ਬਣਿਆ ਰਾਣੀ ਝਾਂਸੀ ਪਾਰਕ ਨਗਰ ਕੌਂਸਲ ਨੇ ਔਰਤਾਂ ਨੂੰ ਸਮਰਪਿਤ ਕੀਤਾ ਹੈ। ਪਾਰਕ ਦੇ ਵਿੱਚ ਕਰੀਬ 2.5 ਲੱਖ ਦੀ ਲਾਗਤ ਦੇ ਨਾਲ ਰਾਣੀ ਲక్ష్ਮੀ ਬਾਈ ਦਾ ਬੁੱਤ ਵੀ ਲਗਾਇਆ ਗਿਆ ਹੈ। ਉਧਰ ਮੇਵਾਤ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਨੂਪ ਸਿੰਘ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਸਿੱਖਿਆ ਦੂਤ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਲਈ ਉਹ ਪਿੰਡ ਬੀਵਾ ਦੇ ਵਿੱਚ ਪਹੁੰਚੇ ਸਨ। ਪਾਣੀਪਤ ਦੇ ਸਿਵਲ ਹਸਪਤਾਲ ਦੇ ਵਿੱਚ ਕੋਵਿਡ ਵਾਟਿਕਾ ਤਿਆਰ ਕੀਤੀ ਗਈ ਹੈ। ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰਨ ਦੇ ਲਈ ਬਣਾਈ ਗਈ ਇਸ ਵਾਟਿਕਾ ਦੇ ਵਿੱਚ 24 ਤਰ੍ਹਾਂ ਦੇ ਪੌਦੇ ਲਗਾਏ ਗਏ ਨੇ। ਸੰਗਰੂਰ ਦੇ ਮਸਤੂਆਣਾ ਸਾਹਿਬ ਦੇ ਵਿੱਚ ਟਿੱਡੀਆਂ ਦੇ ਹਮਲੇ ਨੂੰ ਲੈ ਕੇ ਮੌਕ ਡਰਿਲ ਕੀਤੀ ਗਈ। ਖੇਤੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਿੱਡੀਆਂ ਦੇ ਹਮਲੇ ਦਾ ਸਾਹਮਣਾ ਕਰਨ ਦੇ ਲਈ ਉਹ ਤਿਆਰ ਨੇ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਮੀਰਪੁਰ ਦਾ ਨੰਦੋੜ ਥਾਣਾ ਦੇਸ਼ ਦੇ ਅਵਲ ਥਾਣਿਆਂ ਦੇ ਵਿੱਚ ਸ਼ੁਮਾਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਨਵੀਂ ਰੈਂਕਿੰਗ ਦੇ ਵਿੱਚ ਨੰਦੋੜ ਥਾਣੇ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਤੇ ਉਧਰ ਨਸ਼ੇ ਕਾਰਨ ਅੱਜ ਇੱਕ ਹੋਰ ਮਾਂ ਦੀ ਕੁੱਖ ਸੁੰਨੀ ਹੋ ਗਈ ਹੈ। ਇਸ ਵਾਰ ਨਸ਼ੇ ਦੀ ਭੇਟ ਚੜਿਆ ਬਟਾਲਾ ਦਾ ਨੌਜਵਾਨ, ਜਿਸ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਨਹਿਰ ਨੇੜੇ ਝਾੜੀਆਂ 'ਚੋਂ ਮਿਲੀ। ਤਾਹਾ ਮਾਰਦਾ ਇਹ ਉਹ ਪਰਿਵਾਰ ਹੈ ਜਿਸ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਟ ਚੜਿਆ। ਬਟਾਲਾ ਦੇ ਪਿੰਡ ਧਿੰਨ ਧਾਰੀਵਾਲ ਦਾ ਹਰਜੀਤ 2 ਦਿਨ ਪਹਿਲਾਂ ਘਰੋਂ ਗਿਆ ਸੀ, ਜਿਸ ਦੀ ਵੀਰਵਾਰ ਨੂੰ ਨਹਿਰ ਨੇੜੇ ਝਾੜੀਆਂ ਦੇ ਵਿੱਚੋਂ ਲਾਸ਼ ਮਿਲੀ। ਹਰਜੀਤ ਦੀ ਲਾਸ਼ ਜਿਸ ਹਾਲ ਦੇ ਵਿੱਚ ਮਿਲੀ, ਉਸ ਨੂੰ ਵੇਖ ਕੇ ਕਿਸੇ ਵੀ ਮਾਂ ਦੀਆਂ ਤਾਹਾਂ ਨਿਕਲ ਜਾਣ। ਜਵਾਨ ਪੁੱਤ ਦੀ ਲਾਸ਼ ਵੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। चल गए कल इतने मैंने नौकरी नर्सी च लगी है। नर्सी च जाके मुड़ के रात साड़ी माता बमार ही, मेरा देर जाके लै आया। इन्हें मैंने 3 बजे नर्सी च फोन किया भी मम्मी तू कित्थे है, मेरी घर दी भी नाल ही आ। उधर फोन कर ले ते मैं क्या कित्थे, मैं माता इन्नी बमार वे तू कित्थे है? आंदा मम्मी मैं आउण डिया हड़चोल। की पता हड़चोल ही कि इत्थे नहीं इन्हां बैठा। इन्हें फोन करके बल्लू ने परसों रात सद्दिया वा, चढ़ा के पुल नूं 20 जने गवाह ने जिन्हें फड़ लिया। ਜਾਣਕਾਰੀ ਮੁਤਾਬਕ ਹਰਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਨਾਲ ਹੋਈ ਹੈ। ਮੌਕੇ ਉੱਤੇ ਪਹੁੰਚੇ ਲੋਕਾਂ ਨੇ ਹਰਜੀਤ ਦੀ ਬਾਂਹ ਦੇ ਵਿੱਚੋਂ ਨਸ਼ੇ ਦੀ ਸਿਰਿੰਜ ਕੱਢੀ ਤੇ ਜਿਸ ਨੂੰ ਲਾਉਂਦੇ ਵਕਤ ਹਰਜੀਤ ਨੇ ਦਮ ਤੋੜ ਦਿੱਤਾ ਸੀ। ਇਹ ਸ਼ਰਾਬ ਸ਼ੁਰੂ ਪੀਣ ਦਾ ਵੀ ਆਦੀ, ਉਹਦਾ ਭਰਾ ਮਨਜੀਤ ਸਿੰਘ ਆਪਣੇ ਕੋਲ ਆ। ਉਹ ਕਹਿੰਦਾ ਵੀ ਇਹ ਨਸ਼ੇ ਸ਼ਰਾਬ ਵਗੈਰਾ ਬਹੁਤ ਜ਼ਿਆਦਾ ਪੀਂਦਾ ਸੀ। ਪਹਿਲਾਂ ਅਸੀਂ ਇਕੱਠੇ ਇੱਕ ਘਰ 'ਚ ਰਹਿੰਦੇ ਸੀਗੇ, ਫਿਰ ਇਹ ਅਲੱਗ ਹੋ ਗਿਆ, ਹੁਣ ਜ਼ਿਆਦਾ ਵੀ ਲੱਗ ਗਿਆ ਸੀਗਾ। ਤੇ ਇੱਧਰ ਕਦੇ ਜਿੱਦਾਂ ਨਹਿਰ ਦੇ ਕੰਢੇ ਤੇ ਸੀਗਾ, ਜਿੱਦਾਂ ਕੋਈ ਨਹਿਰ ਤੋਂ ਪਾਣੀ ਪੀਣ ਲੱਗਾ ਉਦਾਂ ਤੈਨੂੰ ਦੇਖਿਆ ਗੋਡੇ ਪਰਨੇ ਦੀ ਲਾਸ਼। ਦੱਸਿਆ ਜਾ ਰਿਹਾ ਕਿ ਹਰਜੀਤ ਨਸ਼ੇ ਦਾ ਆਦੀ ਸੀ, ਜਿਸ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ। ਪਰਿਵਾਰ ਨੂੰ ਆਸ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਦਾ ਬੇਟਾ ਨਸ਼ਿਆਂ ਤੋਂ ਦੂਰ ਹੋ ਜਾਏਗਾ। ਹਰਜੀਤ ਦੇ ਮਾਪਿਆਂ ਦੀ ਆਸ ਮੁਤਾਬਕ ਉਹ ਦੂਰ ਤਾਂ ਹੋਇਆ, ਪਰ ਨਸ਼ੇ ਤੋਂ ਨਹੀਂ ਸਗੋਂ ਪਰਿਵਾਰ ਤੋਂ, ਤੇ ਪਿੱਛੇ ਛੱਡ ਗਿਆ ਨਵੀਂ ਵਿਆਹੀ ਲਾੜੀ ਤੇ ਰੋਂਦੇ ਕੁਰਲਾਉਂਦੇ ਮਾਪੇ। ਬਟਾਲਾ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ। ਤੇ
ਉਧਰ ਘਰਾਂ ਦੇ ਵਿੱਚ ਇੱਕ ਪੱਖਾ ਤੇ ਬਲਬਾਂ ਦਾ ਕਨੈਕਸ਼ਨ ਹੈ, ਪਰ ਬਿੱਲ ਕਿੰਨਾ ਆਇਆ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਕੁਝ ਅਜਿਹਾ ਹੀ ਬਿਜਲੀ ਦਾ ਝਟਕਾ ਲੱਗਿਆ ਜਲੰਧਰ ਦੇ ਗਰੀਬ ਪਰਿਵਾਰਾਂ ਨੂੰ। ਬਿਜਲੀ ਦਾ ਬਿੱਲ ਵੇਖ ਕੇ ਜਿਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇੱਕ ਪਾਸੇ ਕਰੋਨਾ ਦੀ ਮਾਰ ਤੇ ਦੂਜੇ ਪਾਸੇ ਲੱਕ ਤੋੜ ਰਹੀ ਮਹਿੰਗਾਈ, ਜਿਸ ਕਾਰਨ ਗਰੀਬ ਵਾਸਤੇ 2 ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਪਰ ਇਸ ਦੇ ਵਿਚਾਲੇ ਬਿਜਲੀ ਵਿਭਾਗ ਨੇ ਕਈ ਪਰਿਵਾਰਾਂ ਨੂੰ ਅਜਿਹਾ ਝਟਕਾ ਦਿੱਤਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ। ਇਹ ਤਸਵੀਰਾਂ ਨੇ ਜਲੰਧਰ ਦੇ ਪਿੰਡ ਫਿਰੋਜ਼ ਦੀਆਂ, ਜਿੱਥੇ ਲੋਕ ਬਿਜਲੀ ਵਿਭਾਗ ਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰ ਰਹੇ ਨੇ। ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਫ੍ਰਿਜ, ਵਾਸ਼ਿੰਗ ਮਸ਼ੀਨ ਤਾਂ ਦੂਰ ਦੀ ਗੱਲ, ਕਈ ਘਰਾਂ ਦੇ ਵਿੱਚ ਤਾਂ ਪੱਖੇ ਤੱਕ ਵੀ ਨਹੀਂ ਨੇ, ਪਰ ਬਿਜਲੀ ਦਾ ਬਿੱਲ ਕਿਸੇ ਘਰ 50,000 ਤੋਂ ਪਾਰ ਤੇ ਕਿਸੇ ਦੇ ਘਰ 90,000 ਤੋਂ ਪਾਰ ਪਹੁੰਚਿਆ। ਬਿਜਲੀ ਦਾ ਝਟਕਾ ਤਾਂ ਇੱਕ ਪਾਸੇ ਰਹਿ ਗਿਆ, ਕਈਆਂ ਦੇ ਬਿਜਲੀ ਕਨੈਕਸ਼ਨ ਤੱਕ ਵੀ ਕੱਟ ਦਿੱਤੇ ਗਏ ਨੇ ਤੇ ਹੁਣ ਪੀੜਤ ਪਰਿਵਾਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ। ਸਾਡੇ ਕੋਈ ਘਰਾਂ ਦੇ ਵਿੱਚ ਨਹੀਂ ਚੱਲਦਾ। ਇੱਕ ਪੱਖਾ ਵਾ ਖਰਾਬ ਹੋਇਆ, ਇੱਕ ਚੱਲਦਾ ਵਾ, 2 ਬਲਬ ਵਾ। ਜਾ ਕੇ ਦੇ ਸਕਦੇ, ਸਾਡੇ ਕੱਪੜੇ ਧੋਣ ਵਾਲੀ ਮਸ਼ੀਨ ਵੀ ਨਹੀਂ ਗੀ, ਕੁਛ ਨਹੀਂ ਗਾ ਹੋਰ ਚੱਲਣ ਡਿਆ। ਹਾਂ, ਕੋਈ ਮੋਟਰ ਨਹੀਂ ਗੀ, ਕੁਛ ਨਹੀਂ ਗਾ। ਦੱਸੋ ਅਸੀਂ ਕੀ ਕਰੀਏ? ਸਾਡੇ ਬੱਚੇ ਆ, ਉਹ ਦੇਖੋ ਜਾ ਕੇ ਗਰਮੀ ਦੇ ਵਿੱਚ ਕਿੱਦਾਂ ਮਰਦੇ। ਬਿੱਲ ਤੁਹਾਨੂੰ ਆਏ ਆ, ਤੁਹਾਨੂੰ ਉਤਾਰਨੇ ਪੈਣੇ ਆ। ਅਸੀਂ ਕਿਹਾ ਵੀ ਇੰਨੇ ਬਿੱਲ ਅਸੀਂ ਕਿੱਥੋਂ ਉਤਾਰੀਏ ਭਾਜੀ? ਤੇ ਕਹਿੰਦੇ ਵੀ ਇਹ ਬਿੱਲ ਹੁਣ ਅਸੀਂ ਕਿਹਾ ਵੀ ਚੱਲ ਥੋੜੇ ਥੋੜੇ ਕਰਕੇ ਲੈ ਲਓ। ਕਹਿੰਦੇ ਵੀ ਥੋੜੇ ਥੋੜੇ ਨਹੀਂ, ਇਹ ਸਾਰੇ ਤੁਹਾਨੂੰ ਉਤਾਰਨੇ ਪੈਣੇ ਆ। ਦਿਹਾੜੀਦਾਰ ਵਾਲੇ ਬੰਦੇ ਆ ਭਾਜੀ, ਅਸੀਂ ਬਿੱਲ ਕਿੱਥੋਂ ਇੰਨਾ ਉਤਾਰੀਏ? ਅਸੀਂ ਬੱਚਿਆਂ ਦੇ ਢਿੱਡ ਪਾਲੀਏ ਤੇ ਜਾਂ ਬਿੱਲ ਉਤਾਰੀਏ? ਕਿਸੇ ਏਦਾਂ ਘਰ ਕੰਮ ਕਰਕੇ ਆਪ ਖੇਤੀਬਾੜੀ ਦਾ ਕੰਮ ਕਰਦੇ ਆ, ਘਰੋਂ ਵਿਚਾਰੀ ਜਿੰਦੇ ਲਾ ਕੇ ਚਲ ਜਾਂਦੀ ਆ ਵੀ ਮੰਮਾ ਗਰਮੀ ਲੱਗਦੀ ਆ। ਤਾਈਆਂ ਚਾਚੀਆਂ ਦੇ ਘਰ ਕਿੰਨਾ ਕੁ ਚਿਰ ਕੋ ਬੈਠੇ ਰਹੇ। ਸਾਡੇ ਮੀਟਰ ਦਾ ਮਸਲਾ ਹੱਲ ਆ, ਸਾਡੇ ਮੀਟਰ ਲੱਗਣੇ ਚਾਹੀਦੇ ਆ। ਤੇ ਬਿਜਲੀ ਦਾ ਬਿੱਲ ਕਿੰਨਾ ਆਇਆ ਜੀ ਤੁਹਾਡਾ ਜੀ? ਬਿੱਲ ਆ ਦੇਖ ਲਓ ਜੀ, ਬਥੇਰੇ ਆਏ। 87,291। ਹਾਂਜੀ, ਸਾਡੇ ਮੀਟਰ ਲੱਗਣੇ ਚਾਹੀਦੇ ਆ। ਬਿਜਲੀ ਵਿਭਾਗ ਦਾ ਇਹ ਕੋਈ ਪਹਿਲਾ ਕਾਰਨਾਮਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਿਜਲੀ ਮਹਿਕਮਾ ਕਈਆਂ ਨੂੰ ਅਜਿਹਾ ਝਟਕਾ ਦੇ ਚੁੱਕਾ ਹੈ, ਪਰ ਨਾ ਹੀ ਇਹ ਸਿਲਸਿਲਾ ਰੁਕਣ ਦਾ ਨਾਂ ਲੈਂਦਾ ਹੈ ਤੇ ਨਾ ਹੀ ਗਰੀਬ ਪਰਿਵਾਰਾਂ ਦੀ ਕਿਤੇ ਸੁਣਵਾਈ ਹੁੰਦੀ ਹੈ। ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ। ਸ਼ੱਕ ਦੀ ਸੂਈ ਸਿੱਧੇ ਬਿਜਲੀ ਵਿਭਾਗ ਦੀ ਨਾਕਾਮੀ ਵੱਲ ਜ਼ਰੂਰ ਜਾਂਦੀ ਹੈ, ਜਿਨ੍ਹਾਂ ਨੇ ਗਰੀਬ ਪਰਿਵਾਰਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੈ। ਉਧਰ ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਪੂਰੀਆਂ ਤਿਆਰੀਆਂ ਵਿੱਢੀਆਂ ਗਈਆਂ ਨੇ। ਹਮਲੇ ਦੇ ਖਦਸ਼ੇ ਨੂੰ ਵੇਖਦਿਆਂ ਹੋਇਆ ਥਾਂ-ਥਾਂ ਤੇ ਮੌਕ ਡਰਿਲ ਦੇ ਜ਼ਰੀਏ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਨੂੰ ਵੇਖਦੇ ਹੋਏ ਪੂਰੀ ਤਿਆਰੀ ਵਿੱਢੀ ਗਈ ਹੈ। ਸੰਗਰੂਰ ਦੇ ਮਸਤਵਾਣਾ ਸਾਹਿਬ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਕਰਨ ਲਈ ਮੌਕ ਡਰਿਲ ਕੀਤੀ ਗਈ। ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਨਾਲ ਲੈ ਕੇ ਟਿੱਡੀ ਦਲ ਦੇ ਹਮਲੇ ਤੋਂ ਨਜਿੱਠਣ ਦੇ ਤਰੀਕੇ ਦੱਸੇ। ਇਸ ਸੰਗਤਪੁਰੇ ਪਿੰਡ ਦੇ ਵਿੱਚ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਰੋਕਥਾਮ ਕਰਨ ਵਾਸਤੇ ਮੌਕ ਡਰਿਲ ਕੀਤੀ ਗਈ, ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਏ ਤੇ ਵੱਖ-ਵੱਖ ਜਿਹੜੇ ਵਿਭਾਗ ਨੇ ਜਾਂ ਜਿਹੜੇ ਵਿਭਾਗ ਦੀ ਜੋ ਵੀ ਕੀ ਉਸ ਵੇਲੇ ਕਾਰਵਾਈ ਬਣਦੀ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਤੁਰੰਤ ਇਸ ਬਾਰੇ ਜਾਣਕਾਰੀ ਦਿੱਤੀ ਜਾਏ। ਕਿਸਾਨਾਂ ਨੂੰ ਘਬਰਾਉਣ ਦੀ ਥਾਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ। ਕਿ ਜੇਕਰ ਟਿੱਡੀ ਦਾ ਆਉਂਦਾ ਹੈ ਤਾਂ ਡਿਪਾਰਟਮੈਂਟ ਨੂੰ ਸੂਚਿਤ ਕਰੋ ਔਰ ਉਸ ਤੋਂ ਬਾਅਦ ਆਪਣਾ ਜੋ ਉਹਦੇ ਨਾਲ ਕੋਈ ਪਟਾਕੇ ਵਜਾ ਕੇ ਜਾਂ ਖੜਕਾ ਕਰਕੇ ਕਿਸੇ ਤਰ੍ਹਾਂ ਦਾ ਵੀ ਕਰਕੇ ਉਹਨੂੰ ਉਡਾ ਸਕਦੇ ਹੋ। ਦੂਜਾ ਸਿਰਾ ਜਿੱਥੇ ਉਹ ਸ਼ਾਮ ਨੂੰ ਬਹਿੰਦਾ ਹੈ, ਜੇਕਰ ਕਿਤੇ ਜ਼ਿਆਦਾ ਨੁਕਸਾਨ ਕਰਦਾ ਹੈ, ਮਹਿਕਮੇ ਨੇ ਇਹ ਵੀ ਦੱਸਿਆ ਵੀ ਦਵਾਈ ਸਾਡੇ ਕੋਲੇ ਹੈ, ਤੁਸੀਂ ਆਪਣੇ ਜਿਹੜੇ ਪੰਪ ਨੇ ਉਹ ਤਿਆਰ ਕਰੋ ਔਰ ਉਹ ਠੀਕ ਕੰਡੀਸ਼ਨ 'ਚ ਹੋਣੇ ਚਾਹੀਦੇ ਹੈ ਤਾਂ ਕਿ ਜਿੱਥੇ ਟਿੱਡੀ ਦਲ ਬੈਠੂਗਾ ਉਹ 'ਤੇ ਸਪਰੇਅ ਕਰਕੇ ਉਹਨੂੰ ਖਤਮ ਕੀਤਾ ਜਾਵੇ। ਟਿੱਡੀ ਦਲ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਵੀ ਵੱਡਾ ਨੁਕਸਾਨ ਕਰ ਚੁੱਕਿਆ ਹੈ, ਪਰ ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਕਰਨ ਦੀ ਪੂਰੀ ਤਿਆਰੀ ਹੈ ਅਤੇ ਜੇ ਜ਼ਰੂਰਤ ਪਈ ਤਾਂ ਹੈਲੀਕਾਪਟਰਸ ਦਾ ਵੀ ਇਸਤੇਮਾਲ ਟਿੱਡੀਆਂ ਨੂੰ ਖਤਮ ਕਰਨ ਲਈ ਕੀਤਾ ਜਾਵੇਗਾ। ਸੰਗਰੂਰ ਤੋਂ ਵਿਨੋਦ ਗੋਇਲ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18।
ਤੇ ਉਧਰ ਟੋਹਾਣਾ ਕੋਟ ਰੋਡ ਮਾਰਕੀਟ ਵਿੱਚ ਉਸ ਵਕਤ ਹੜਕੰਪ ਮਚ ਗਿਆ ਜਦੋਂ ਇੱਕ ਸੱਪ ਉੱਥੇ ਘੁੰਮਦਾ ਨਜ਼ਰ ਆਇਆ। ਪਾਈਪ ਦੇ ਵਿੱਚ ਸੱਪ ਵੜਨ ਕਰਕੇ ਦੁਕਾਨਦਾਰਾਂ ਦੇ ਵਿੱਚ ਵੀ ਦਹਿਸ਼ਤ ਫੈਲ ਗਈ ਔਰ ਜੰਗਲਾਤ ਵਿਭਾਗ ਦੀ ਟੀਮ ਨੇ ਕੜੀ ਮੁਸ਼ੱਕਤ ਤੋਂ ਬਾਅਦ ਇਸ ਸੱਪ ਨੂੰ ਕਾਬੂ ਕੀਤਾ ਔਰ ਕਾਬੂ ਕਰਕੇ ਇਸ ਨੂੰ ਸੁਰੱਖਿਅਤ ਥਾਂ ਤੇ ਛੱਡ ਦਿੱਤਾ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਟੋਹਾਣਾ ਦੀਆਂ ਤਸਵੀਰਾਂ ਨੇ ਔਰ ਇਹ ਕੋਟ ਰੋਡ ਮਾਰਕੀਟ ਹੈ ਜਿੱਥੇ ਕਿ ज्यादातर भीड़ भड़का रहता है और उत्थे ही एक काफी लंबा सप दिखा जा सकता है। हालांकि जंगलात विभाग वालों इस गल की पुष्टि की गई है कि यह सप बेहद जहरीला तो नहीं है, पर मॉनसून च ज्यादातर अजिहे सप वेखण नूं मिल जाते हैं। हालांकि इस दे विच जहर 15% जरूर है और लोकां दे विच भी सहम दा माहौल हो गया और जंगलात विभाग की टीम उत्थे पुजी, पुलिस भी उत्थे पुजी और कड़ी मशक्कत तो बाद इस सप ते काबू पाया गया। तस्वीरां काफी दिलचस्प ने, कोट रोड मार्केट टोहाना दी तस्वीरां ने। पूरा बाजार है इत्थे, लोग भी इत्थे तमाशबीन जरूर बने हुए ने, लोग वेख रहे ने, आसे पासे खड़े हुए ने और जंगलात विभाग की टीम वालों मशक्कत की जा रही है और इस सप नूं रेस्क्यू करवाया जा रहा है इस इलाके चों। और जिस तो बाद जंगलात विभाग वालों एक क्लेम किया गया है कि इसनूं सुरक्षित थां ते छड्ड दिता जावेगा। सर ये ओल्ड कोर्ट रोड है जहाँ पर एक ब्लू स्टार फोटो स्टेट की दुकान है, उसके बिल्कुल बराबर पाइप लाइन जो होती है ना, ऊपर से नीचे पानी निकलने वाला, उसमें सांप घुस गया था। ये खतरनाक तो नहीं है सर, नॉन पॉइजनस में आता है, बट 15% इसके अंदर होता है। ये टेंडरनेस करता है और बल्कि ये नागिन थी, प्रेग्नेंट नागिन, जैसे आजकल सावन का महीना हो गया ना, तो ये कहीं न कहीं बच्चे पैदा करने के लिए अपनी जगह देख रही थी। तो क्या इसको पकड़ लिया गया? हाँ, सुरक्षित पकड़ लिया गया सर। पुलिस बुलानी पड़ गई मुझे क्योंकि यहाँ तमाशबीन ज़्यादा इकट्ठे हो गए थे, रोड ब्लॉक करना पड़ गया था, किसी ने हेल्प करने की कोशिश नहीं की। फिर थोड़ी सी हल्की सी मेडिसिन डालने के बाद फिर इसको बाहर निकाला गया है। तो कितनी खतरनाक बताई जा रही है? ये सर स्किन डिजीज़ करती है, जैसे अगर इसको खतरा महसूस हो ना, थोड़ा सा भी सपोज करो कि इसको खतरा महसूस होगा तो अपना ये यूरिन पास करेंगे और यूरिन के अंदर लिपट जाएंगे। तो जैसे अभी मैंने ग्लव्स नहीं डाले इमरजेंसी में, बाजार का माहौल था, तो ये स्किन डिजीज़ करता है ज़्यादातर, अक्सर है ना, बर्निंग स्टार्ट हो जाती है स्किन के ऊपर। कहाँ छोड़ा जाएगा इसको सुरक्षित स्थान पर लेके जाएंगे सर। ਤੇ ਉਧਰ ਪਟਿਆਲਾ ਦੇ ਵਿੱਚ ਇੱਕ ਵਿਆਹ ਦੌਰਾਨ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੈ। ਦੂਜੇ ਵਿਆਹ ਦੇ ਵਿੱਚ ਪਹਿਲੀ ਪਤਨੀ ਦਾ ਹੰਗਾਮਾ ਇੱਥੇ ਵੇਖਣ ਨੂੰ ਮਿਲਿਆ ਹੈ ਔਰ ਬਿਨਾਂ ਤਲਾਕ ਦਿੱਤੇ ਇੱਕ ਸ਼ਖਸ ਜਿਹੜਾ ਹੈ ਉਹ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ। ਇਹ ਇਲਜ਼ਾਮ ਉਸਦੀ ਪਹਿਲੀ ਪਤਨੀ ਵੱਲੋਂ ਲਗਾਏ ਗਏ ਨੇ ਔਰ ਮਹਿਲਾ ਦੀ ਸ਼ਿਕਾਇਤ ਤੇ ਲਾੜੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਔਰ ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਜਨਵਰੀ ਦੇ ਵਿੱਚ ਇਸ ਸ਼ਖਸ ਦਾ ਪਹਿਲਾ ਵਿਆਹ ਹੋਇਆ ਸੀ और आरोपी शख्स जिहड़ा है वह फौज दे विच सिपाही दे तौर ते तैनात है और लाड़े दी पहली पत्नी मनजीत कौर दे मुताबिक उसका विआह 6 महीने पहला बठिंडा दे जबरजंग दे नाल होया सी, पर विआह तो बाद ही उसका पति अते नड़ान दाज दे लई उसनू परेशान करन लग गए सी। सर मेरा ना 31 जनवरी 2020 ਵਿੱਚ ਮੇਰੀ ਮੈਰਿਜ ਹੋਈ ਸੀ ਜਬਰਜੰਗ ਸਿੰਘ ਜੋ ਆਰਮੀ ਵਿੱਚ ਜੌਬ ਕਰਦਾ ਹੈ। ਪਹਿਲਾਂ ਵੀ ਸਾਡਾ ਇੱਕ ਨਾ ਮੁਕੱਦਮਾ ਜੋ ਚੱਲ ਰਿਹਾ ਸੀ ਉਹ ਤੇ ਦਾਜ ਪਰੇਸ਼ਾਨ ਕਰਦੇ ਸੀ। ਉਹ ਤੋਂ ਪਹਿਲਾਂ ਸਾਡੇ ਜੋ ਹੱਥ ਲੱਗਿਆ ਸੀ, ਪ੍ਰੂਫ ਲੱਗੇ ਸੀ ਕਿ ਉਹ ਕੁੜੀ ਨਾਲ ਨਾ ਮੈਰਿਜ ਦੇ ਉਹ ਬਣਵਾਈ ਬੈਠਾ ਸੀ ਵਿਆਹ ਦੇ ਕਾਰਡ, ਤੇ ਉਹ ਕੁੜੀ ਨਾਲ ਆਧਾਰ ਕਾਰਡ ਵੀ ਬਣਵਾਈ। ਤੁਹਾਡੀ ਕਿੰਨੀ ਦੇਰ ਹੋ ਗਈ ਮੈਰਿਜ ਹੋਈ ਨੂੰ? ਸਰ ਮੈਰਿਜ ਹੋਈ ਨੂੰ ਮੈਨੂੰ 5 ਮਹੀਨੇ ਹੋਏ। 31 ਜਨਵਰੀ 2020 ਦੀ ਮੇਰੀ ਮੈਰਿਜ ਸੀ ਤੇ ਅਸੀਂ ਆਰਮੀ ਕੋਲ ਗਏ। ਆਰਮੀ ਨੇ ਸਾਨੂੰ ਇਹ ਗੱਲ ਕਹਿ ਕੇ ਉੱਥੋਂ ਭੇਜ ਦਿੱਤਾ ਕਿ ਆਰਮੀ ਕੁਝ ਨਹੀਂ ਕਰ ਸਕਦੀਗੀ ਕਿਉਂਕਿ ਇਹ ਮੁੰਡੇ ਨੇ ਨਾ ਤਾਂ ਮੇਰਾ ਕੋਈ ਡਾਕੂਮੈਂਟ ਵਗੈਰਾ ਲਗਾਇਆ। ਉਹ ਕਹਿੰਦੇ ਜੌਬ ਤੋਂ ਵੀ ਇਸ ਨੂੰ ਕੋਈ ਖਤਰਾ ਨਹੀਂ ਕਿਉਂਕਿ ਸਾਰਾ ਇੱਕ ਆਰਮੀ ਪਰਸਨ ਹੋ ਕੇ ਐਡੇ ਫਰਾਡ ਕਰ ਰਹੇ ਤੇ ਆਰਮੀ ਇਸ ਵਿੱਚ ਕੁਝ ਕਰ ਨਹੀਂ ਸਕਦੀ ਹੈ। ਮੈਂ ਉੱਥੇ ਨੇ ਇੱਕ ਗੁਰਦੁਆਰਾ ਸਾਹਿਬ ਇੱਥੇ ਉਹਦੇ ਆਨੰਦ ਕਾਰਜ ਤੋਂ ਹੋ ਚੁੱਕੇ ਸੀਗੇ ਸਰ, ਤੇ ਇਹ ਕੁੜੀ ਨੂੰ ਲੈ ਕੇ ਜਾ ਰਹੇ ਸੀ ਉੱਥੋਂ। ਸਰ ਮੈਂ ਰੰਗੇ ਹੱਥ ਫੜ ਲਿਆ ਸਰ, ਦੂਸਰਾ ਵਿਆਹ ਇਹ ਕਰਵਾ ਚੁੱਕਿਆ। ਉਹਦੇ ਪਿੱਛੇ ਸਰ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਇਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ, ਅੱਗੇ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।